25 ਜੂਨ 1984 ਬੀਬੀਆਂ ਧਾਹਾਂ ਮਾਰ ਕੇ ਰੋ ਰਹੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਦੁਆਰ ਚੋਣਵੀਆਂ ਸੰਗਤਾਂ ਲਈ 7 ਤੋਂ 9 ਵਜੇ ਤੱਕ ਕੇਵਲ 2 ਘੰਟੇ ਲਈ ਖੋਲ੍ਹੇ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ 294 ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣੇ ਸਨ। ਅਸੀਂ ਸਥਾਨਕ ਪੱਤਰਕਾਰ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਪਾਸ ਰੋਸ ਪ੍ਰਗਟ ਕਰ ਚੁੱਕੇ ਸੀ ਕਿ ਦਿੱਲੀ ਜਾਂ ਚੰਡੀਗੜ੍ਹ ਤੋਂ ਪ੍ਰੈਸ ਨੂੰ ਸਰਕਾਰ ਵਾਰ-ਵਾਰ ਸ੍ਰੀ ਦਰਬਾਰ ਸਾਹਿਬ ਲਿਆ ਰਹੀ ਹੈ ਤਾਂ ਜੋ ਆਪਣੇ ਮਤਲਬ ਦੀਆਂ ਖਬਰਾਂ ਲੁਕਾ ਸਕੇ, ਪਰ ਸਾਨੂੰ ਕਿਉਂ ਰੋਕਿਆ ਹੈ? ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਅਤੇ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਸਰਦਾਰ ਤਰਲੋਚਨ ਸਿੰਘ ਨੂੰ ਸਰਕਟ ਹਾਊਸ ਮਿਲ ਕੇ ਵੀ ਪੱਤਰਕਾਰਾਂ ਨੇ ਸਖਤ ਰੋਸ ਪ੍ਰਗਟ ਕੀਤਾ ਸੀ ਤੇ ਉਹਨਾਂ ਕਿਹਾ ਸੀ ਕਿ ਸਾਡਾ ਰੋਸ ਸਰਕਾਰ ਪਾਸ ਪਹੁੰਚਾ ਦੇਣਗੇ, ਪਰ ਵਿਅਰਥ। ਕੱਲ੍ਹ ਡੀਸੀ ਸਾਹਿਬ ਨੇ ਸਾਨੂੰ ਕਿਹਾ ਕਿ ਇਹਨਾਂ 200 ਸੰਗਤਾਂ ਨਾਲ ਤੁਹਾਨੂੰ ਵੀ ਦਰਬਾਰ ਸਾਹਿਬ ਅੰਦਰ ਭੇਜ ਦਿਆਂਗੇ। ਸਵੇਰੇ 6 ਵਜੇ ਹੀ 2-2.5 ਹਜ਼ਾਰ ਸੰਗਤਾਂ ਕੋਤਵਾਲੀ ਇਕੱਤਰ ਹੋ ਗਈਆਂ, ਜਿੱਥੋਂ ਫੌਜ ਨੇ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਸੰਗੀਨਾਂ ਦੀ ਛਾਂ ਹੇਠਾਂ ਲੈ ਕੇ ਜਾਣਾ ਸੀ। ਅਸੀਂ ਕਈ ਪੱਤਰਕਾਰ ਵੀ ਇੱਥੇ ਪਹੁੰਚ ਗਏ। ਚੰਡੀਗੜ੍ਹ ਤੋਂ ਟ੍ਰਿਬਿਊਨ ਦੇ ਵਿਸ਼ੇਸ਼ ਪ੍ਰਤੀਨਿਧ ਸ੍ਰੀ AS ਪਰਾਸ਼ਰ ਵੀ ਇੱਥੇ ਆਏ ਸਨ। ਇਹਨਾਂ ਸੰਗਤਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਜੀ ਵੀ ਸ਼ਾਮਲ ਸਨ। ਉਹਨਾਂ 30 ਸਾਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕੀਤੀ ਹੈ, ਪਰ ਇਸ ਫੌਜੀ ਰਾਜ ਵਿੱਚ ਉਹਨਾਂ ਨੂੰ ਵੀ ਪਿਛਲੇ 22 ਦਿਨ ਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਕੱਤਰ ਹੋਈਆਂ ਇਹਨਾਂ ਸੰਗਤਾਂ ਨੂੰ ਫੌਜ ਅਤੇ ਨੀਮ ਫੌਜੀ ਫੋਰਸ ਦੇ ਪਹਿਰੇ ਹੇਠ ਜਲ੍ਹਿਆਂਵਾਲਾ ਬਾਗ ਤੱਕ, ਜਿੱਥੇ ਕੰਡੇਦਾਰ ਤਾਰ ਦੀ ਵਾੜ ਲੱਗੀ ਹੋਈ ਸੀ, ਕਤਾਰਾਂ ਵਿੱਚ ਲਿਜਾਇਆ ਗਿਆ। ਸੰਗਤਾਂ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਦਾ ਜਾਪ ਕਰ ਰਹੀਆਂ ਸਨ। ਇੱਥੇ ਤਲਾਸ਼ੀ ਲੈ ਕੇ ਇਕੱਲੇ ਨੂੰ ਅੱਗੇ ਜਾਣ ਦਿੱਤਾ ਗਿਆ। ਅੱਗੋਂ ਫਿਰ ਕਟੜਾ ਆਹਲੂਵਾਲੀਆ ਦੇ ਸਾਹਮਣੇ, ਜਿੱਥੇ ਸ਼੍ਰੋਮਣੀ ਕਮੇਟੀ ਦਾ ਸਾਈਕਲ ਸਟੈਂਡ ਹੈ, ਕੰਡੇਦਾਰ ਤਾਰ ਲੱਗੀ ਹੋਈ ਸੀ। ਇੱਥੋਂ ਅੰਦਰ ਕਤਾਰਾਂ ਵਿੱਚ ਜਾਣ ਦਿੱਤਾ ਗਿਆ। ਅੱਗੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਖੁਸ਼ੀ ਵਿੱਚ ਦੌੜ ਕੇ ਮੁੱਖ ਦੁਆਰ ਤੱਕ ਪਹੁੰਚੀਆਂ, ਜਿੱਥੇ ਫੇਰ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਗਿਆ। ਕਿਸੇ ਨੂੰ ਕੈਮਰਾ ਆਦਿ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਸੀ। ਸੰਗਤਾਂ ਵਿੱਚ ਭਾਰੀ ਗਿਣਤੀ ਵਿੱਚ ਹਿੰਦੂ ਵੀਰ ਅਤੇ ਬੀਬੀਆਂ ਵੀ ਸਨ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਖੁਸ਼ੀ ਕੁਝ ਮਿੰਟ ਹੀ ਰਹੀ। ਪਰਿਕਰਮਾ ਅੰਦਰ ਪ੍ਰਵੇਸ਼ ਕਰਦਿਆਂ ਹੀ ਤਬਾਹੀ ਵੇਖ ਕੇ ਸੰਗਤਾਂ ਦੇ ਕਲੇਜੇ ਵਿੱਚੋਂ ਇੱਕਦਮ ਧਾਰ ਨਿਕਲਦੀ ਸੀ। ਭਾਵੇਂ ਪਿਛਲੇ ਕੁਝ ਦਿਨਾਂ ਵਿੱਚ ਦਿਨ ਰਾਤ ਇੱਕ ਕਰਕੇ ਮਿਲਟਰੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮਿਸਤਰੀ ਰਾਜ, ਮਜ਼ਦੂਰ, ਪੇਂਟਰ ਆਦਿ ਲਗਾ ਕੇ ਗੋਲੀਆਂ ਦੇ ਨਿਸ਼ਾਨ ਸੀਮੈਂਟ ਨਾਲ ਪੈਚ ਵਰਕ ਕਰਕੇ ਉੱਪਰ ਰੰਗ ਕਰ ਦਿੱਤਾ ਗਿਆ ਸੀ, ਫਿਰ ਵੀ ਫੌਜ ਨੇ ਜੋ ਕੁਝ ਕੀਤਾ ਸੀ ਉਹ ਆਪਣੇ ਆਪ ਮੂੰਹੋਂ ਬੋਲ ਰਿਹਾ ਸੀ। ਪਰਿਕਰਮਾ ਦੇ ਆਸੇ-ਪਾਸੇ ਕਮਰਿਆਂ ਵਿੱਚੋਂ ਨਿਕਲਦੀ ਅੱਗ, ਸੜੇ ਹੋਏ ਦਰਵਾਜ਼ਿਆਂ, ਬਾਰੀਆਂ, ਬੁੰਗਾ ਰਾਮਗੜ੍ਹੀਆ ਉੱਤੋਂ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਅਤੇ ਹੇਠਲੇ ਕਮਰਿਆਂ ਵਿੱਚੋਂ ਆ ਰਹੀ ਸੜਿਆਂਦ, ਟੈਂਕਾਂ ਨਾਲ ਸੰਗਮਰਮਰ ਦੇ ਫਰਸ਼ ਦੀ ਤਬਾਹੀ ਸਰਕਾਰ ਛੁਪਾ ਨਹੀਂ ਸਕੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਢਹਿ ਢੇਰੀ ਪਾਵਨ ਇਮਾਰਤ ਅਤੇ ਦਰਸ਼ਨੀ ਡਿਉੜੀ ਵਿਖੇ ਤੋਪਾਂ ਦੇ ਗੋਲਿਆਂ ਨਾਲ ਬਰਬਾਦੀ ਵੇਖ ਕੇ ਹਰ ਸਿੱਖ ਦੇ ਹਿਰਦੇ ਵਿੱਚ ਇੱਕ ਚੀਸ, ਇੱਕ ਦਰਦ, ਇੱਕ ਆਹ ਉੱਠਦੀ। ਮੈਂ ਵੇਖਿਆ ਕਈ ਸੰਗਤਾਂ, ਵਿਸ਼ੇਸ਼ ਕਰਕੇ ਬੀਬੀਆਂ, ਧਾਹਾਂ ਮਾਰ ਕੇ ਇਉਂ ਰੋ ਰਹੀਆਂ ਸਨ ਜਿਵੇਂ ਕੋਈ ਆਪਣਾ ਅਤ ਨਜ਼ਦੀਕੀ ਬੜਾ ਪਿਆਰਾ ਮਰ ਗਿਆ ਹੋਵੇ। ਹਿੰਦੂ ਬਜ਼ੁਰਗ ਸ੍ਰੀ ਗੁਰਦਿਆਲ ਚੰਦ, ਜਿਨ੍ਹਾਂ ਨੂੰ ਸਾਰੇ ਭਗਤ ਜੀ ਕਹਿ ਕੇ ਸਤਿਕਾਰਦੇ ਹਨ, ਮੇਰੇ ਅੱਗੇ ਸਨ। ਉਹ ਨੇਮ ਨਾਲ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਸਨ ਅਤੇ ਬੜੀ ਹੀ ਗੁਰਬਾਣੀ ਉਹਨਾਂ ਨੂੰ ਜ਼ੁਬਾਨੀ ਯਾਦ ਹੈ। ਮੈਂ ਵੇਖਿਆ ਉਹ ਬੱਚਿਆਂ ਵਾਂਗ ਰੋ ਰਹੇ ਸਨ। ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰਨ ਸਮੇਂ ਸ਼ਰਧਾ ਨਾਲ ਉਹ ਦਹਿਲੀਜ਼ ਤੇ ਮੱਥਾ ਰੱਖ ਕੇ ਰੋ ਰਹੇ ਸਨ। ਉਹਨਾਂ ਦੀਆਂ ਅੱਖਾਂ ਹੰਝੂਆਂ ਦੀ ਵਰਖਾ ਕਰ ਰਹੀਆਂ ਸਨ। ਮੈਂ ਖੁਦ ਵੀ ਕਈ ਵਾਰ ਰੋਇਆ। ਕਈ ਬੰਬਾਂ ਦੀ ਮਾਰ ਨਾਲ ਪਰਿਕਰਮਾ ਦੇ ਆਸੇ-ਪਾਸੇ ਵਾਲੇ ਸੜੇ ਹੋਏ ਕਮਰੇ ਵੇਖ ਰਹੇ ਸਨ। ਕੋਈ ਕਹਿੰਦਾ ਕਿ ਇਸ ਕਮਰੇ ਵਿੱਚ ਫਲਾਣਾ ਰਹਿੰਦਾ ਸੀ, ਇੱਥੇ ਫਲਾਣਾ ਰਹਿੰਦਾ ਸੀ, ਆਦਿ। ਇਹ ਸਭ ਵੇਖ ਕੇ ਸੰਗਤਾਂ ਸਰਕਾਰ ਦੇ ਇਸ ਝੂਠੇ ਦਾਅਵੇ
ਕਿ ਸ੍ਰੀ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਦੀ ਖਿੱਲੀ ਉਡਾ ਰਹੀਆਂ ਸਨ। ਕਈ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਇਮਾਰਤ ਤੇ ਗੋਲੀਆਂ ਦੇ ਲੱਗੇ ਸੈਂਕੜੇ ਨਿਸ਼ਾਨ ਸੁਨਹਿਰੀ ਪੱਤਰਿਆਂ ਤੋਂ ਸੰਗਮਰਮਰ ਦੀ ਦੀਵਾਰ ਅਤੇ ਨਿਕਾਸ਼ੀ ਉੱਤੇ ਵੀ ਲੱਗੇ ਸਨ ਨੂੰ ਗਿਣ ਰਹੇ ਸਨ। ਕੋਈ ਫੌਜ ਨੂੰ ਬੁਰਾ ਭਲਾ ਕਹਿ ਰਿਹਾ ਸੀ, ਕੋਈ ਇੰਦਰਾ ਗਾਂਧੀ ਦੀ ਨੁਕਤਾਚੀਨੀ ਕਰ ਰਿਹਾ ਸੀ। ਸ੍ਰੀ ਦਰਬਾਰ ਸਾਹਿਬ ਅੰਦਰ ਅਨੇਕਾਂ ਉਹ ਗੁਆਂਢੀ ਮਿੱਤਰ ਅਤੇ ਜਾਣ ਪਹਿਚਾਣ ਵਾਲੇ ਵੀ ਮਿਲੇ, ਜਿਨ੍ਹਾਂ ਦੇ ਘਰ ਆਸੇ-ਪਾਸੇ ਦੇ ਗਲੀ ਮੁਹੱਲਿਆਂ ਵਿੱਚ ਸਨ। ਹਰ ਕੋਈ ਰੋਣ ਹਾਕਾ ਹੋ ਕੇ ਇੱਕ ਦੂਜੇ ਦਾ ਹਾਲ ਪੁੱਛਦਾ। ਕਈਆਂ ਦਾ ਹਜ਼ਾਰਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਇਹਨਾਂ ਵਿੱਚ ਬਹੁਤੇ ਭਿੰਡਰਾਂ ਵਾਲੇ ਦੀ ਸਖਤ ਨੁਕਤਾਚੀਨੀ ਕਰ ਰਹੇ ਸਨ ਕਿ ਖਾਲਿਸਤਾਨ ਬਣਾਉਂਦੇ ਨੇ ਸਾਰੀ ਕੌਮ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਹੈ। ਇਹ ਹਮਲਾ ਸਿਰਫ ਉਹਨਾਂ ਕਾਰਨ ਹੋਇਆ ਹੈ, ਨਹੀਂ ਤਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀ ਖਤਰਾ ਸੀ, ਪਹਿਲਾਂ ਕਿਉਂ ਨਾ ਹੋਇਆ। ਉਹ ਕਹਿ ਰਹੇ ਸਨ। ਗਿਆਨੀ ਜਰਨੈਲ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਵਿਖੇ ਰਹਿਣ ਅਤੇ ਕੰਪਲੈਕਸ ਵਿੱਚ ਮੋਰਚੇ ਬਣਾਉਣ ਅਤੇ ਹਥਿਆਰ ਇਕੱਠੇ ਕਰਨ ਦਾ ਕੀ ਹੱਕ ਸੀ। ਜੇ ਸਰਕਾਰ ਨਾਲ ਲੜਨਾ ਹੀ ਸੀ ਤਾਂ ਬਾਹਰ ਜਾ ਕੇ ਮੈਦਾਨ ਵਿੱਚ ਲੜਦੇ। ਇਸ ਅਤ ਪਾਵਨ ਅਸਥਾਨ ਦੀ ਬੇਅਦਬੀ ਅਤੇ ਤਬਾਹੀ ਲਈ ਬਹੁਤੇ ਉਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਸਨ। ਕਈ ਕਹਿਣ ਲੱਗੇ ਕਿ ਇਹ ਤਾਂ ਸਰਕਾਰ ਦੀ ਇੱਕ ਗਿਣੀ ਮਿੱਥੀ ਸਾਜ਼ਿਸ਼ ਨਾਲ ਹਮਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦੀ ਬਹੁ ਗਿਣਤੀ ਨੂੰ ਖੁਸ਼ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਜਾਏ। ਸਰਕਾਰ ਨੇ ਜੇਕਰ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੂੰ ਹੀ ਪਕੜਨਾ ਹੁੰਦਾ, ਉਹ ਤਾਂ ਦਿਨ ਵੇਲੇ ਸਾਰਾ ਸਮਾਂ ਲੰਗਰ ਦੀ ਇਮਾਰਤ ਤੇ ਰਹਿੰਦੇ ਸਨ। ਕਰਫਿਊ ਤਾਂ ਅੰਮ੍ਰਿਤਸਰ ਲੱਗਾ ਹੀ ਰਹਿੰਦਾ ਸੀ। ਕਿਸੇ ਵੇਲੇ ਅਚਾਨਕ ਲੰਗਰ ਨੂੰ ਘੇਰਾ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਜੇ ਦੋਵੇਂ ਪਾਸਿਓਂ ਗੋਲੀ ਵੀ ਚੱਲਦੀ ਤਾਂ ਇਤਨੇ ਨਿਰਦੋਸ਼ ਲੋਕ ਨਾ ਮਰਦੇ, ਨਾ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਇਮਾਰਤ ਨੂੰ ਕੋਈ ਨੁਕਸਾਨ ਪੁੱਜਦਾ। ਭਿੰਡਰਾਂ ਵਾਲਿਆਂ ਦੇ ਕਈ ਪ੍ਰਸ਼ੰਸਕ ਉਹਨਾਂ ਦੀ ਨੁਕਤਾਚੀਨੀ ਕਰ ਰਹੇ ਸਨ ਅਤੇ ਜੋ ਪਹਿਲਾਂ ਨੁਕਤਾਚੀਨੀ ਕਰਦੇ ਹੁੰਦੇ ਸਨ ਹੁਣ ਪ੍ਰਸ਼ੰਸਾ ਕਰ ਰਹੇ ਸਨ। ਅਜੀਬ ਗੱਲ ਹੈ ਕਿ ਸਮੇਂ ਦੇ ਨਾਲ ਬੰਦਾ ਕਿੰਨਾ ਬਦਲ ਜਾਂਦਾ ਹੈ। ਇੱਕ ਹੋਰ ਸੱਜਣ ਸਰਦਾਰ ਮਨੋਹਰ ਸਿੰਘ ਜੋ ਲਾਗੇ ਹੀ ਇੱਕ ਮੁਹੱਲੇ ਵਿੱਚ ਰਹਿੰਦੇ ਹਨ ਨੇ ਦੱਸਿਆ ਕਿ ਜਿਸ ਦਿਨ ਤੋਂ ਇਹ ਐਕਸ਼ਨ ਹੋਇਆ ਹੈ, ਰਾਤ ਨੂੰ ਅੱਧੀ ਰਾਤ ਤੱਕ ਅਸਮਾਨ ਇਸ ਤਰ੍ਹਾਂ ਲਾਲ ਰਹਿੰਦਾ ਹੈ ਜਿਵੇਂ ਸੂਰਜ ਛਿਪਣ ਵੇਲੇ ਲਾਲੀ ਰਹਿੰਦੀ ਹੈ। ਉਹਨਾਂ ਦੇ ਆਖਣ ਅਨੁਸਾਰ ਇਤਨੇ ਜ਼ੁਲਮ ਵੇਖ ਕੇ ਅਸਮਾਨ ਵੀ ਖੂਨ ਦੇ ਹੰਝੂ ਵਹਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਅੰਦਰ ਸਦੀਆਂ ਤੋਂ ਸੈਂਕੜੇ ਨਹੀਂ ਹਜ਼ਾਰਾਂ ਹੀ ਕਬੂਤਰ ਹਮੇਸ਼ਾ ਹੀ ਗੁਟਰਗੂ ਕਰਦੇ ਦਿਖਾਈ ਦਿੰਦੇ ਹਨ, ਪਰ ਅੱਜ ਕਿਧਰੇ ਵੀ ਕੋਈ ਕਬੂਤਰ ਦਿਖਾਈ ਨਹੀਂ ਦਿੱਤਾ। ਫੌਜ ਦੇ ਜ਼ੁਲਮਾਂ ਨਾਲ, ਦਹਿਸ਼ਤ ਨਾਲ ਆਮ ਲੋਕੀ ਹੀ ਦਹਿਸ਼ਤਜ਼ਦਾ ਨਹੀਂ ਹੋਏ, ਸਗੋਂ ਕਬੂਤਰ ਤੱਕ ਵੀ ਇੱਥੋਂ ਉੱਡ ਗਏ ਹਨ। ਪਰਿਕਰਮਾ ਤੋਂ ਲੰਗਰ ਵੱਲ, ਸਰਾਂ ਜਾਂ ਮੰਜੀ ਸਾਹਿਬ ਵੱਲ ਜਾਣ ਦੀ ਆਗਿਆ ਨਹੀਂ ਸੀ। ਕਈ ਬੜੀ ਹੀ ਉਤਸੁਕਤਾ ਨਾਲ ਇਸ ਪਾਸੇ ਪਰਿਕਰਮਾ ਵਿੱਚ ਲੱਗੀ ਜਾਲੀ ਜਾਂ ਉੱਪਰੋਂ ਦੀ ਸਰਾਂ ਵੱਲ ਜਿੱਥੇ ਪੁਰਾਣਾ ਲੰਗਰ ਹੁੰਦਾ ਸੀ ਵੇਖ ਰਹੇ ਸਨ, ਕਿਉਂਕਿ ਇੱਥੇ ਹਾਲੇ ਤੱਕ ਕਈ ਇਨਸਾਨੀ ਪਿੰਜਰ, ਹੱਡੀਆਂ ਜਾਂ ਲਹੂ ਭਿੱਜੇ ਕੱਪੜੇ, ਦਸਤਾਰਾਂ, ਕਿਰਪਾਨਾਂ ਆਦਿ ਪਏ ਸਨ। ਪਰ ਇੱਧਰ ਅੱਗੇ ਭਾਰੀ ਗਿਣਤੀ ਵਿੱਚ ਫੌਜੀ ਜਵਾਨ ਰਾਈਫਲਾਂ ਤਾਣ ਕੇ ਖੜੇ ਸਨ ਤਾਂ ਜੋ ਕੋਈ ਇਸ ਪਾਸੇ ਵੱਲ ਨਾ ਆਏ। ਸਰਾਵਾਂ ਦੇ ਸਾਹਮਣੇ ਵਾਲੀ ਸੜਕ ਤੇ ਅਨੇਕਾਂ ਹੀ ਫੌਜੀ ਗੱਡੀਆਂ ਖੜੀਆਂ ਸਨ। ਕਈ ਫੌਜੀਆਂ ਪਾਸ ਵਾਇਰਲੈਸ ਸੈੱਟ ਵੀ ਵੇਖੇ ਗਏ। ਸੰਗਤਾਂ ਵਿੱਚ ਵਰਦੀ ਸਮੇਤ ਫੌਜੀਆਂ ਤੋਂ ਬਿਨਾਂ BSF, CRP, ਰਾਅ ਅਤੇ ਪੰਜਾਬ ਦੀ CID ਦੇ ਦਰਜਨਾਂ ਹੀ ਕਰਮਚਾਰੀ ਵੀ ਫਿਰ ਰਹੇ ਸਨ, ਜੋ ਸੰਗਤਾਂ ਦੇ ਫੌਜੀ ਹਮਲੇ ਬਾਰੇ ਪ੍ਰਭਾਵ, ਸੰਗਤਾਂ ਦੀ ਆਪਸ ਵਿੱਚ ਗੱਲਬਾਤ ਬੜੇ ਗੌਰ ਨਾਲ ਸੁਣਦੇ ਸਨ ਤਾਂ ਜੋ ਆਪਣੇ ਅਧਿਕਾਰੀਆਂ ਨੂੰ ਦੱਸ ਸਕਣ। ਮੇਰੇ ਕਈ ਗੁਆਂਢੀਆਂ ਨੇ ਮੈਨੂੰ ਪਰਿਕਰਮਾ ਵਿੱਚ ਦੱਸਿਆ ਸੀ ਕਿ ਮੈਂ ਬਾਹਰ ਮੁੱਖ ਗੇਟ ਤੇ ਫੌਜ ਦੇ ਦਫ਼ਤਰ ਤੋਂ ਆਗਿਆ ਲੈ ਕੇ ਆਪਣਾ ਮਕਾਨ ਵੇਖ ਸਕਦਾ ਹਾਂ, ਪਰ ਉੱਥੇ ਬਚਿਆ ਕੁਝ ਨਹੀਂ ਹੈ। ਮੇਰੇ ਨਾਲ ਤੋਮਰ ਤੇ ਪ੍ਰਾਸ਼ਰ ਵੀ ਸੀ। ਅਸੀਂ ਮੇਜਰ ਤੋਂ ਆਗਿਆ ਲਈ। ਉਸ ਨੇ ਇੱਕ ਜਵਾਨ ਸਾਡੇ ਨਾਲ ਭੇਜ ਦਿੱਤਾ ਤੇ ਕਿਹਾ ਇਹਨਾਂ ਨੂੰ ਮਕਾਨ ਵਿਖਾ ਦਿਓ, ਪਰ ਕੋਈ ਚੀਜ਼ ਚੁੱਕਣ ਨਹੀਂ ਦੇਣੀ। ਸਾਨੂੰ ਗਿਫਟ ਹਾਊਸ ਲਾਗੇ ਪੌੜੀਆਂ ਪਾਸ ਖੜਾ ਕਰਕੇ ਜਵਾਨ ਉੱਪਰਲੀ ਟੁਕੜੀ ਦੇ ਇੰਚਾਰਜ ਤੋਂ ਆਗਿਆ ਲੈਣ ਚਲਾ ਗਿਆ। ਇੱਥੇ ਸਾਡੇ ਪਾਸ ਹੀ MES ਦਾ ਇੱਕ ਜਵਾਨ ਖਾਕੀ ਵਰਦੀ ਪਹਿਨੀ ਰੰਗ ਕਰਦਾ ਖੜੋ ਗਿਆ। ਪ੍ਰਾਸ਼ਰ ਚੰਡੀਗੜ੍ਹ ਦੀ ਪ੍ਰੈਸ ਪਾਰਟੀ ਨਾਲ 14 ਜੂਨ ਨੂੰ ਵੀ ਇੱਥੇ ਆ ਚੁੱਕਾ ਸੀ।
ਉਦੋਂ ਹਾਲੇ ਕੋਈ ਮੁਰੰਮਤ ਸ਼ੁਰੂ ਨਹੀਂ ਕੀਤੀ ਗਈ ਸੀ। उसने उस जवान ਨੂੰ ਕਿਹਾ, आपने थोड़े दिनों में बहुत काम कर दिया है, भाव काफी मरम्मत कर देती है। इस ते वो एकदम बोलिया, काम तो इन लोगों ने किया है जिन्होंने एक पूजा के स्थान को किला बना दिया। गुरु रामदास इनको नरक में भेजे। अंदर इतना गोली सिक्का था, तौबा तौबा, जहां तो औरतें भी गोली चला रही थी। पराशर इस नाल गल्लां करन लगा। ये जवान अगों बोलदा गया, जे लोग मांग कर रहे थे कि शहर में बीड़ी सिगरेट पीना मना कर दो, पर अंदर से शराब की बोतलें मिली हैं। कई घरों में कुकर में मीट बनाकर रखा हुआ था। क्या धार्मिक स्थान पर ये चीजें ठीक हैं? उस दियां गल्लां सुन के मैं मन ही मन विच कहा कि इन्हां दे दिलां विच सिखां प्रति कितनी नफरत भरी पई है। सोचिया कि जवाब देवां ते दसां कि सिख धर्म विच तंबाकू कराहत है, पर मीट खाण ਦੀ ਮਨਾਹੀ ਨਹੀਂ। ਫਿਰ ਸੋਚਿਆ ਕਿ ਕਿਤੇ ਗੁੱਸੇ ਵਿੱਚ ਆ ਕੇ ਗੋਲੀ ਹੀ ਨਾ ਮਾਰ ਦੇਣ, ਜਾਂ ਘਰ ਦਾ ਮਾੜਾ ਮੋਟਾ ਸਮਾਨ ਜੋ ਬਚਿਆ ਹੈ ਉਸ ਨੂੰ ਅੱਗ ਹੀ ਨਾ ਲਗਾ ਦੇਣ। ਇਸ ਕਰਕੇ ਚੁੱਪ ਰਹਿਣਾ ਹੀ ਮੁਨਾਸਬ ਸਮਝਿਆ। ਦੂਜਾ ਜਵਾਨ ਉੱਪਰੋਂ ਆ ਗਿਆ। ਅਸੀਂ ਸਾਰੇ ਘਰ ਗਏ। ਮੈਂ ਆਪਣੇ ਜਿੰਦਰੇ ਲਗਾ ਕੇ ਆਇਆ ਸੀ। ਜਿੰਦਰੇ ਤਾਂ ਕੀ, ਕੁੰਡੇ ਆਦ ਵੀ ਪੁੱਟੇ ਹੋਏ ਸਨ। ਇੱਕ ਕਮਰੇ ਵਿੱਚ ਤਬਾਹ ਹੋਏ ਸਮਾਨ ਦਾ ਢੇਰ ਲੱਗਾ ਪਿਆ ਸੀ, ਜਿਵੇਂ ਕੂੜੇ ਦਾ ਢੇਰ ਹੋਵੇ। ਕੱਪੜਿਆਂ ਦੇ 6 ਅਟੈਚੀ ਗੈਪ ਸਨ। ਟੀਨ ਦਾ ਇੱਕ ਵੱਡਾ ਟਰੰਕ ਉਲਟਾ ਹੋਇਆ ਪਿਆ ਸੀ। ਤੋਮਰ ਨੇ ਸਿੱਧਾ ਕੀਤਾ, ਖਾਲੀ ਸੀ। ਸਾਰੀਆਂ ਅਲਮਾਰੀਆਂ ਖਾਲੀ ਸਨ, ਜਿਨ੍ਹਾਂ ਵਿੱਚ ਟੀਵੀ ਸੈੱਟ, ਟਰਾਂਜਿਸਟਰ, ਟੇਪ ਰਿਕਾਰਡਰ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ ਲਿਖਣ ਸਮੇਂ ਇੰਟਰਵਿਊ ਰਿਕਾਰਡ ਕੀਤੀਆਂ 5 ਟੇਪਾਂ, ਮੇਰੀ ਟਾਈਪ ਦੀ ਛੋਟੀ ਪੋਰਟੇਬਲ ਮਸ਼ੀਨ, ਜ਼ਰੂਰੀ ਕਿਤਾਬਾਂ, ਪਤਨੀ ਦੇ ਗਹਿਣੇ ਆਦਿ ਪਏ ਸਨ। ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ। ਫਰਿੱਜ ਦੇ ਬਾਹਰ ਗੋਲੀਆਂ ਲੱਗੀਆਂ ਸਨ, ਅੰਦਰੋਂ ਤੋੜੀ ਪਈ ਸੀ। ਰਸੋਈ ਬਿਲਕੁਲ ਖਾਲੀ ਸੀ, ਕੋਈ ਬਰਤਨ ਤੇ ਬਾਕੀ ਸਮਾਨ ਨਹੀਂ ਸੀ। ਆਟੇ ਵਾਲਾ ਇੱਕ ਪੀਪਾ ਟੁੱਟਾ ਭੱਜਾ ਪਿਆ ਸੀ। ਵੱਡੇ ਪਲੰਗ ਪਏ ਸਨ, ਪਰ ਬਾਕੀ ਫਰਨੀਚਰ ਗਾਇਬ ਸੀ। ਦੋਨਾਂ ਕਮਰਿਆਂ ਵਿੱਚ ਛੱਤ ਦੇ ਪੱਖੇ ਲੱਗੇ ਸਨ। ਇੱਕ ਪੱਖੇ ਦੇ ਪਰਾਂ ਵਿੱਚ ਗੋਲੀਆਂ ਲੱਗੀਆਂ ਸਨ। ਮੈਂ ਸਾਰੇ ਨੁਕਸਾਨ ਲਈ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਸੀ, ਪਰ ਫਿਰ ਵੀ ਇਹ ਨਾਦਰਸ਼ਾਹੀ ਲੁੱਟ ਵੇਖ ਕੇ ਇੱਕ ਵਾਰੀ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ। ਮੇਰੇ ਲਾਗਲੇ ਗੁਆਂਢੀਆਂ ਦੇ ਸਾਰੇ ਸਮਾਨ ਦਾ ਇਹੋ ਹਾਲ ਸੀ। ਸਰਦਾਰ ਨਰਿੰਦਰਜੀਤ ਸਿੰਘ ਨੰਦਾ, ਭਾਈ ਹਰਚਰਨ ਸਿੰਘ ਜੀ, ਭਾਈ ਕੁਲਵੰਤ ਸਿੰਘ, ਭਾਈ ਗੁਰਮੇਲ ਸਿੰਘ, ਸਭਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਤੋਮਰ ਮੈਨੂੰ ਕੱਲ ਤੱਕ ਕਹਿ ਰਿਹਾ ਸੀ ਕਿ ਤੁਹਾਡੇ ਸਭ ਦੇ ਘਰ ਫੌਜ ਦੇ ਕਬਜ਼ੇ ਵਿੱਚ ਹਨ, ਕੋਈ ਚੀਜ਼ ਨਹੀਂ ਜਾ ਸਕਦੀ। ਹੁਣ ਉਸਨੇ ਅਤੇ ਪਰਾਸ਼ਰ ਨੇ ਆਪਣੀਆਂ ਅੱਖਾਂ ਨਾਲ ਇਹ ਨਾਦਰਸ਼ਾਹੀ ਲੁੱਟ ਵੇਖ ਲਈ ਸੀ, ਤਾਂ ਜਾ ਕੇ ਤੋਮਰ ਨੂੰ ਯਕੀਨ ਆਇਆ ਕਿ ਫੌਜ ਇਤਨੀ ਲੁੱਟ ਕਸੁੱਟ ਕਰ ਸਕਦੀ ਹੈ। ਜਿਵੇਂ ਹਰ ਜੇਤੂ ਫੌਜ ਦੁਸ਼ਮਣਾਂ ਦੀ ਜਾਨੀ ਅਤੇ ਮਾਲੀ ਲੁੱਟਮਾਰ ਕਰਦੀ ਹੈ, ਸਾਡੀ ਫੌਜ ਵੀ ਇੱਥੇ ਜੇਤੂ ਰਹੀ ਸੀ, ਇਸ ਲਈ ਲੁੱਟਮਾਰ ਕਰਨਾ ਇਹਨਾਂ ਦਾ ਹੱਕ ਬਣਦਾ ਸੀ। ਡਿਪਟੀ ਕਮਿਸ਼ਨਰ ਪਾਸ ਕਲੇਮ ਭਰਨ ਦਾ ਅੱਜ ਆਖਰੀ ਦਿਨ ਸੀ। ਸ੍ਰੀ ਦਰਬਾਰ ਸਾਹਿਬ ਤੋਂ ਆ ਕੇ ਮੈਂ ਕੋਤਵਾਲੀ ਪੁਲਿਸ ਪਾਸ ਇਸ ਨੁਕਸਾਨ ਦੀ ਰਿਪੋਰਟ ਲਿਖਵਾਈ। ਡੀਸੀ ਦਫ਼ਤਰ ਤੋਂ ਛਪੇ ਹੋਏ ਫਾਰਮ ਲਿਆ ਕੇ ਛੇਤੀ ਨੁਕਸਾਨ ਹੋਏ ਸਮਾਨ ਦੀ ਲਿਸਟ ਤੇ ਅੰਦਾਜ਼ਨ ਕੀਮਤ ਲਗਾ ਕੇ ਕਲੇਮ ਲਈ ਬਿਨੇ ਪੱਤਰ ਭਰ ਦਿੱਤਾ। ਸਰਕਾਰ ਦੀ ਪਹਿਲੀ ਪਾਲਿਸੀ ਅਨੁਸਾਰ ਕੰਪਲੈਕਸ ਵਿੱਚ ਰਹਿ ਰਹੇ ਕਿਸੇ ਵਿਅਕਤੀ ਨੂੰ ਕੋਈ ਮੁਆਵਜ਼ਾ ਨਹੀਂ ਮਿਲਣਾ ਸੀ। ਉਹਨਾਂ ਲਈ ਸਾਰੇ ਅੱਤਵਾਦੀ ਸਨ। ਮਾਰਚ 1985 ਵਿੱਚ ਦੁਬਾਰਾ ਦਰਖਾਸਤਾਂ ਮੰਗੀਆਂ ਤੇ ਸਭ ਨੇ ਫਿਰ ਪੁਲਿਸ ਦੀ ਰਿਪੋਰਟ ਦੀ ਕਾਪੀ ਲਗਾ ਕੇ ਦੁਬਾਰਾ ਕਲੇਮ ਭਰੇ, ਜੋ ਸਾਰੇ ਰੱਦ ਕਰ ਦਿੱਤੇ ਗਏ। ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਨੇ ਜਨਵਰੀ 1986 ਵਿੱਚ ਇਹਨਾਂ ਸਭਨਾਂ ਨੂੰ 10-10 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ। ਅਕਾਲੀ ਦਲ ਨੇ ਜ਼ਿਲ੍ਹਾ ਜਥੇਦਾਰਾਂ, ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਕ ਮੀਟਿੰਗ 29 ਜੂਨ ਨੂੰ ਇੱਥੇ ਬੁਲਾਈ ਹੈ। ਡੈਰੀ ਦੇ ਪੰਨੇ ਹਰਬੀਰ ਸਿੰਘ ਭੰਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। 26 ਜੂਨ 1984 ਸ੍ਰੀ ਦਰਬਾਰ ਸਾਹਿਬ ਦੇ ਦੁਆਰ ਫਿਰ ਬੰਦ। ਕੱਲ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਭਗ 294 ਸੰਗਤਾਂ ਨੂੰ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਸਨ, ਪਰ ਲਗਭਗ 4000 ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਲੱਗ ਗਿਆ। ਫੌਜੀ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਸੋਚਿਆ
ਕਿ ਇਸ ਤੋਂ ਉਤਸ਼ਾਹਿਤ ਹੋ ਕੇ ਹੁਣ ਬਹੁਤ ਹੀ ਸੰਗਤਾਂ ਆਉਣਗੀਆਂ। ਸੋ ਪਿਛਲੀ ਰਾਤ ਨੂੰ ਲੋਕ ਸੰਪਰਕ ਵਿਭਾਗ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਕੇਵਲ ਪਰਮਿਟ ਨਾਲ ਹੀ ਦਰਸ਼ਨ ਕਰਨ ਜਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਵੀ ਸਵੇਰੇ ਭਾਰੀ ਗਿਣਤੀ ਵਿੱਚ ਸੰਗਤਾਂ ਕੋਤਵਾਲੀ ਇਕੱਤਰ ਹੋ ਗਈਆਂ। ਅਧਿਕਾਰੀਆਂ ਨੇ ਉਹਨਾਂ ਨੂੰ ਵਾਪਸ ਘਰ ਭੇਜ ਦਿੱਤਾ। ਫੌਜੀ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਇਸ ਰਵੱਈਏ ਕਾਰਨ ਸੰਗਤਾਂ ਨੂੰ ਬੜੀ ਹੀ ਨਿਰਾਸ਼ਾ ਹੋਈ। ਕੇਵਲ ਕਾਂਗਰਸੀਆਂ ਅਤੇ ਅਫਸਰਾਂ ਦੀ ਸਿਫਾਰਿਸ਼ ਤੇ ਲਗਭਗ 294 ਸ਼ਰਧਾਲੂਆਂ ਨੂੰ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ। ਜ਼ਿਲ੍ਹਾ ਜਲੰਧਰ, ਸੰਗਰੂਰ ਅਤੇ ਬਠਿੰਡਾ ਤੋਂ ਵੀ ਸਪੈਸ਼ਲ ਬੱਸਾਂ ਰਾਹੀਂ ਇੱਥੇ ਆ ਕੇ ਸੰਗਤਾਂ ਨੇ ਦਰਸ਼ਨ ਕੀਤੇ। ਅੱਜ ਪੰਜਾਬ ਵਿੱਚ 57 ਵਿਅਕਤੀ ਹੋਰ ਫੜੇ ਹਨ। ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕੋਟਕਪੂਰੇ ਦਹਿਸ਼ਤ ਪਸੰਦਾਂ ਨੇ ਜਗਤ ਰਾਮ ਦੇ ਇੱਕ ਵਿਅਕਤੀ ਨੂੰ ਮਾਰ ਦਿੱਤਾ। ਸਰਕਾਰੀ ਬੁਲਾਰੇ ਅਨੁਸਾਰ ਨਕੋਦਰ ਲਾਗੇ ਚੱਕ ਕਲਾਂ ਵਿਖੇ ਇੱਕ ਅੱਤਵਾਦੀ ਜਗੀਰ ਸਿੰਘ ਮਾਰਿਆ ਗਿਆ ਹੈ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਤੋਂ ਇੱਕ ਐਂਟੀ ਟੈਂਕ ਗ੍ਰਨੇਡ ਅਤੇ ਕਈ ਹਥਿਆਰ ਮਿਲੇ ਹਨ। ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸਰਦਾਰ ਉਜਾਗਰ ਸਿੰਘ ਸੇਖਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਮੇਜਰ ਸਿੰਘ ਉੱਬੋਕੇ ਨੇ ਇੱਕ ਸਾਂਝੇ ਬਿਆਨ ਵਿੱਚ ਅਕਾਲੀ ਵਿਧਾਇਕਾਂ ਅਤੇ ਜ਼ਿਲ੍ਹਾ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਕਮੇਟੀਆਂ ਦਾ ਉਤਨਾ ਚਿਰ ਬਾਈਕਾਟ ਜਾਰੀ ਰੱਖਿਆ ਜਾਏ ਜਦ ਤੱਕ ਅਕਾਲੀ ਦਲ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪੰਜ ਸਿੰਘ ਸਾਹਿਬਾਨ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗਵਰਨਰ ਪੰਜਾਬ ਨੂੰ ਤਾਰਾਂ ਦੇ ਕੇ ਮੰਗ ਕੀਤੀ ਹੈ ਕਿ ਸਰਕਾਰ ਕਾਰ ਸੇਵਾ ਦਾ ਕੰਮ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਨੂੰ ਸੌਂਪ ਦੇਵੇ ਅਤੇ ਖੁਦ ਕੋਈ ਦਖਲ ਨਾ ਦੇਵੇ। ਅੱਜ ਮੇਰੀ ਪਤਨੀ ਕੈਲਾਸ਼ ਦਾ ਜਨਮ ਦਿਨ ਹੈ। ਇਸ ਦਿਨ ਤੇ ਮੈਂ ਹਮੇਸ਼ਾ ਉਸ ਨੂੰ ਕੋਈ ਗਿਫਟ ਦਿੰਦਾ ਹਾਂ। ਜੇਕਰ ਉਹ ਮੇਰੇ ਪਾਸ ਨਾ ਹੋਵੇ ਤਾਂ ਤਾਰ ਰਾਹੀਂ ਸ਼ੁਭ ਇਸ਼ਾਵਾਂ ਤੇ ਵਧਾਈ ਵੀ ਭੇਜਦਾ ਹਾਂ। ਅੱਜ ਉਸ ਨੂੰ ਖਤ ਲਿਖਿਆ ਹੈ, ਸਾਡਾ ਘਰ ਫੌਜ ਨੇ ਲੁੱਟ ਲਿਆ ਹੈ। ਮੈਂ ਖੁਦ ਰਿਫਿਊਜੀਆਂ ਵਾਂਗ ਦਿਨ ਬਿਤਾ ਰਿਹਾ ਹਾਂ। ਤੇਰੇ ਜਨਮ ਦਿਨ ਤੇ ਕੇਵਲ ਆਪਣੀਆਂ ਸ਼ੁਭ ਇਸ਼ਾਵਾਂ ਤੇ ਪਿਆਰ ਹੀ ਭੇਟ ਕਰ ਸਕਦਾ ਹਾਂ। ਮੇਰੀ ਪਤਨੀ ਦੇ ਪਰਿਵਾਰ ਦਾ ਘਰ 1947 ਵਿੱਚ ਸਿਆਲਕੋਟ, ਪਾਕਿਸਤਾਨ ਜਨੂਨੀ ਮੁਸਲਮਾਨਾਂ ਨੇ ਲੁੱਟ ਲਿਆ ਸੀ, ਪਰ ਇੱਥੇ ਆਪਣੇ ਦੇਸ਼ ਵਿੱਚ ਉਸ ਦਾ ਘਰ ਸਾਡੀਆਂ ਆਪਣੀਆਂ ਹੀ ਫੌਜਾਂ ਨੇ ਲੁੱਟ ਲਿਆ ਹੈ। ਕਿੱਡੀ ਟ੍ਰੈਜਡੀ ਹੈ। ਡਾਇਰੀ ਦੇ ਪੰਨੇ ਹਰਬੀਰ ਸਿੰਘ ਭਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।